ਓਮ ਸ਼ਾਂਤੀ, ਸਤਿ ਸ਼੍ਰੀ ਅਕਾਲ ਜੀ। ਮੈਂ ਆਪ ਜੀ ਦੇ ਨਾਲ ਮੈਂ ਅਮਰਜੀਤ ਕੌਰ ਥਾਈਲੈਂਡ ਤੋਂ ਆਪ ਜੀ ਦੇ ਨਾਲ ਇਸ ਇੱਕ ਓਂਕਾਰ ਇੱਕ ਪਰਮਾਤਮਾ ਦੀ ਸੀਰੀਜ਼ ਦੇ ਵਿੱਚ ਆਪਾਂ ਰਲ ਮਿਲ ਕੇ ਸਤਸੰਗ ਕਰ ਰਹੇ ਹਾਂ। ਹਾਂ, ਟੀਵੀ ਰਾਹੀਂ ਆਪਾਂ ਸਤਸੰਗ ਕਰ ਰਹੇ ਹਾਂ। ਕਿੰਨੀ ਅੱਛੀ ਗੱਲ ਹੈ ਨਾ ਕਿ ਅੱਜ ਕੱਲ੍ਹ ਦੇ ਕਿਉਂ ਨਾ ਆਪਾਂ ਆਪਣੇ ਮਾਡਰਨ ਫੈਸਿਲਿਟੀਜ਼ ਨੂੰ ਰੱਬ ਵਾਸਤੇ ਯੂਜ਼ ਕਰੀਏ। ਟੀਵੀ ਅੱਗੇ ਅਸੀਂ ਕਿੰਨੇ ਹੋਰ ਸੀਰੀਜ਼ ਦੇਖਦੇ ਹਾਂ, ਕਿੰਨੇ ਹੋਰ ਗੱਲਾਂ ਸੁਣਦੇ ਹਾਂ, ਅਤੇ ਫੋਨ ਰਾਹੀਂ ਵੀ ਅਸੀਂ ਬਹੁਤ ਕੁਝ ਕਰਨੇ ਹਾਂ। ਅਤੇ ਇਹ ਗੱਲ ਤੁਸੀਂ ਜਾਂ ਟੀਵੀ ਦੇ ਉੱਤੇ ਵੇਖ ਰਹੇ ਹੋ ਜਾਂ ਫੋਨ ਦੇ ਉੱਤੇ, ਅਤੇ ਠੀਕ ਹੈ, ਤੁਸੀਂ ਖੁਸ਼ ਹੋਣਾ ਚਾਹੀਦਾ ਹੈ ਕਿ ਅਸੀਂ ਰੱਬ ਵਾਸਤੇ ਆਪਣੇ ਮਾਡਰਨ ਫੈਸਿਲਿਟੀਜ਼ ਯੂਜ਼ ਕਰ ਰਹੇ ਹਾਂ। ਜਪਜੀ ਸਾਹਿਬ ਦੀ ਖੋਜ ਕਰ ਰਹੇ ਹਾਂ, ਅਕਾਲ ਪੁਰਖ ਧੁਰ ਕੀ ਬਾਣੀ ਨੂੰ ਸਮਝ ਰਹੇ ਹਾਂ। ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਇਸ 20th ਪੌੜੀ ਦੇ ਅੰਤ ਦੇ ਲਾਈਨ ਦੇ ਅਸੀਂ ਬਹੁਤ ਗਹਿਰਾਈ ਵਿੱਚ ਖੋਜ ਕਰ ਰਹੇ ਹਾਂ, ਕਿਉਂਕਿ ਇੱਥੇ ਬਹੁਤ ਹੀ ਗਹਿਰੀ ਗੱਲਾਂ ਹੋ ਰਹੀ ਹੈ। ਜਿਹੜਾ ਅਸੀਂ ਸਿਰਫ ਆਵੋ ਜਾਓ, ਅਸੀਂ ਆਉਂਦੇ ਹਾਂ ਜਾਂਦੇ ਹਾਂ, ਬਸ ਇਸ ਤਰ੍ਹਾਂ ਨਹੀਂ ਮੁਕਾਉਣਾ ਕੰਮ। ਵਿਚਾਰ ਕਰਨਾ ਗਹਿਰਾਈ ਵਿੱਚ, ਮੈਂ ਸੱਚ ਵਿੱਚ ਆਈ ਹਾਂ, ਮੈਂ ਸੱਚ ਵਿੱਚ ਜਾ ਰਹੀ ਹਾਂ। ਪਿਛਲੇ ਵਾਰੀ ਅਸੀਂ ਜਿਨ੍ਹਾਂ ਨੇ ਨਹੀਂ ਵੇਖਿਆ, ਪਿਛਲੀ ਵਾਰੀ ਜ਼ਰੂਰ ਵੇਖਿਓ, ਕਿਉਂਕਿ ਆਪਾਂ ਇੱਕ ਐਕਸਪੀਰੀਅੰਸ ਕੀਤਾ ਆਪਣੀ ਡੈਥ ਦਾ, ਆਪਣੀ ਸਰੀਰ ਨੂੰ ਛੱਡਣ ਦਾ ਅਸੀਂ ਐਕਸਪੀਰੀਅੰਸ ਕੀਤਾ। ਅਤੇ ਉਸ ਨੂੰ ਉੱਥੇ ਅਸੀਂ ਛੱਡਿਆ ਸੀ ਆਪ ਜੀ ਨੂੰ, ਅਤੇ ਅੱਜ ਉੱਥੋਂ ਅਸੀਂ ਫਿਰ ਕੰਟੀਨਿਊ ਕਰਾਂਗੇ, ਕਿਉਂਕਿ ਕਰਮ ਦਾ ਖਾਤਾ ਨੂੰ ਸਮਝਣਾ ਅਤੇ ਕਾਮ ਕ੍ਰੋਧ ਲੋਭ ਮੋਹ ਨੂੰ ਪਹਿਚਾਨਣਾ। ਕਾਮ ਕ੍ਰੋਧ ਲੋਭ ਇਹ ਤਿੰਨੋਂ ਅਸੀਂ ਬਹੁਤ ਆਸਾਨ ਦੇ ਨਾਲ ਪਹਿਚਾਨ ਲੈਂਦੇ ਹਾਂ। ਉਹ ਵੀ ਮੈਂ ਆਖਾਂਗੀ ਇੰਨਾ ਨਹੀਂ, ਪਰ ਫਿਰ ਵੀ ਠੀਕ ਹੈ, ਕਿਉਂਕਿ ਜਦੋਂ ਅਸੀਂ ਅਸ਼ਾਂਤ ਹੁੰਦੇ ਹਾਂ ਉਹ ਕ੍ਰੋਧ ਦਾ ਅੰਸ਼ ਹੈ। ਜਦੋਂ ਅਸੀਂ ਕੁਛ ਚਾਹੁੰਦੇ ਹਾਂ ਉਹ ਕਾਮ ਦਾ ਅੰਸ਼ ਹੈ। ਮਟੀਰੀਅਲਿਸਟਿਕਲੀ ਅਸੀਂ ਚਾਹੁੰਦੇ ਹਾਂ ਉਹ ਲੋਭ ਦਾ ਅੰਸ਼ ਹੈ, ਪਰ ਰਿਲੇਸ਼ਨਸ਼ਿਪਸ ਵੱਲੋਂ ਅਸੀਂ ਚਾਹੁੰਦੇ ਹਾਂ ਉਹ ਕਾਮ ਹੈ। ਕਾਮ ਅਤੇ ਲੋਭ ਦੇ ਵਿੱਚ ਥੋੜ੍ਹਾ ਫਰਕ ਹੈਗਾ, ਤਾਂ ਗੁਰੂ ਨੇ ਅਲੱਗ ਵਿਕਾਰ ਕਰ ਦਿੱਤਾ। ਪਰ ਮੋਹ ਅਤੇ ਹੰਕਾਰ, ਮੈਂ ਤਾਂ ਸਮਝਦੀ ਹਾਂ ਮੋਹ ਪਿਆਰ ਹੈ, ਪਰ ਮੋਹ ਪਿਆਰ ਤੋਂ ਉੱਤੇ। ਅਗਰ ਕਿਸੇ ਰਿਲੇਸ਼ਨਸ਼ਿਪ ਵਿੱਚ ਵੀ ਮੈਨੂੰ ਦੁੱਖ ਪਹੁੰਚ ਸਕਦੀ ਹੈ, ਉਹ ਪਿਆਰ ਨਹੀਂ ਹੈਗਾ। ਪਿਆਰ ਵਿੱਚ ਦੁੱਖ ਦੀ ਅੰਸ਼ ਵੀ ਨਹੀਂ ਹੈ। ਪਿਆਰ ਇੰਨੀ ਪਵਿੱਤਰ ਹੈ। ਇਸ ਵੇਲੇ ਇਸ ਕਲਯੁਗੀ ਦੁਨੀਆ ਵਿੱਚ ਪਿਆਰ ਸਿਰਫ ਉਸ ਇੱਕ ਤੋਂ ਮਿਲ ਸਕਦੀ ਹੈ, ਹੋਰ ਕਿੱਧਰੋਂ ਨਹੀਂ। ਬਾਕੀ ਸਭ ਮੋਹ ਅਹੰਕਾਰ ਹੈ। ਮੈਂ ਇਹ ਨਹੀਂ ਕਹਿ ਰਹੀ ਹਾਂ, ਮੈਂ ਇਹ ਨਹੀਂ ਇਨਸੀਨੂਏਟ ਕਰ ਰਹੀ ਹਾਂ ਕਿ ਆਪਾਂ ਇਹ ਸਾਰੇ ਰਿਸ਼ਤੇ ਨੂੰ ਛੱਡ ਕੇ ਸਿਰਫ ਉਸ ਇੱਕ ਦਾ ਪਿੱਛਾ ਕਰੀਏ। ਮੈਂ ਕਹਿ ਰਹੀ ਹਾਂ ਉਸ ਇੱਕ ਦੇ ਨਾਲ ਜੁੜ ਕੇ ਆਪਾਂ ਇਹ ਸਾਰੇ ਰਿਸ਼ਤੇ ਨੂੰ ਨਿਭਾ ਪਾਵਾਂਗੇ। ਇਹ ਮੈਂ ਨਹੀਂ ਕਹਿ ਰਹੀ, ਗੁਰੂ ਤੋਂ ਮੈਂ ਸਿੱਖਿਆ। ਸਾਚੀ ਪ੍ਰੀਤ ਤੁਮ ਸਿਓ ਜੋੜ ਅਵਰ ਸੰਗ ਤੋੜ। ਮੈਂ ਬਾਣੀ ਦੀ ਪੰਕਤੀ ਜਦੋਂ ਪੜ੍ਹਿਆ ਸੀ ਨਾ ਸ਼ੁਰੂ ਵਿੱਚ, ਤੁਮ ਸਿਓ ਜੋੜ ਅਵਰ ਸੰਗ ਤੋੜ, ਮੈਨੂੰ ਵੀ ਸਮਝ ਨਹੀਂ ਆਈ। ਮੈਂ ਵੀ ਸੋਚਣ ਲੱਗ ਪਈ ਕਿ ਸਾਚੀ ਪ੍ਰੀਤ, ਸੱਚੀ ਪਿਆਰ ਕੀ ਹੈ। ਗੁਰਬਾਣੀ ਸੱਚੀ ਪਿਆਰ ਉਹ ਨਹੀਂ ਹੈਗਾ ਕਿ ਮੈਂ ਸਾਰਿਆਂ ਦੇ ਨਾਲ ਜੋੜਾਂ ਅਤੇ ਉਸ ਇੱਕ ਦੇ ਨਾਲ ਤੋੜਾਂ, ਅਤੇ ਉਸ ਦੇ ਇੱਕ ਦੇ ਤੋੜਦੇ ਤਾਂ ਨਹੀਂ, ਪਰ ਉਸ ਦੇ ਇੱਕ ਨੂੰ ਯਾਦ ਨਹੀਂ ਕੀਤਾ ਅਤੇ ਤੋੜਿਆ ਹੋਇਆ ਨਾ। ਜੇ ਅਸੀਂ ਕਿਸੇ ਨੂੰ ਯਾਦ ਹੀ ਨਹੀਂ ਕੀਤਾ, ਉਸ ਨੂੰ ਫੋਨ ਹੀ ਨਹੀਂ ਕੀਤਾ, ਉਸ ਦੇ ਨਾਲ ਗੱਲ ਹੀ ਨਹੀਂ ਕੀਤਾ, ਅਤੇ ਉਸ ਦੇ ਬਾਰੇ ਸੋਚਿਆ ਹੀ ਨਹੀਂ, ਅਤੇ ਫਿਰ ਉਸ ਦਾ ਨਾਲ ਰਿਸ਼ਤਾ ਹੈ ਕੀ? ਫਿਰ ਰਿਸ਼ਤਾ ਨਿਭਾਉਣ ਵਾਸਤੇ, ਦੋਸਤੀ ਨਿਭਾਉਣ ਵਾਸਤੇ, ਪਿਆਰ ਨਿਭਾਉਣ ਵਾਸਤੇ ਕੁਛ ਕਮਿਊਨੀਕੇਸ਼ਨ ਤਾਂ ਚਾਹੀਦੀ ਹੈ ਨਾ। ਅਸੀਂ ਉਸ ਸਾਚੀ ਪ੍ਰੀਤ ਮਤਲਬ ਸੱਚਾ ਪਿਆਰ ਕੀ ਹੈਗਾ? ਗੁਰਬਾਣੀ ਰਾਹੀਂ, ਗੁਰੂ ਅਕਾਲ ਪੁਰਖ ਦੇ ਵਚਨ ਰਾਹੀਂ ਮੈਂ ਫਿਰ ਇਸ ਗੱਲ ਨੂੰ ਸਮਝੀ। ਇੱਥੇ ਆ ਕੇ ਮੁਰਲੀ ਦੇ ਰਾਹੀਂ
ਰੋਜ਼ ਆਪਾਂ ਇੱਥੇ ਸੱਚ ਵਿੱਚ ਰੱਬੀ ਬਾਣੀ ਸੁਣਦੇ ਆ ਰੋਜ਼, ਔਰ ਉਹ ਰੱਬੀ ਬਾਣੀ ਸੁਣਦੇ ਗੁਰਬਾਣੀਆਂ ਦੀਆਂ ਪੰਕਤੀਆਂ ਮੈਨੂੰ ਸਮਝ ਵਿੱਚ ਆ ਗਈ। ਤਾਂ ਮੈਂ ਅੱਜ ਆਪ ਜੀ ਦੇ ਸਾਹਮਣੇ ਇਸ ਤਰ੍ਹਾਂ ਬਹਿ ਕੇ ਆਪ ਜੀ ਦੇ ਨਾਲ ਸ਼ੇਅਰ ਕਰ ਰਹੀ ਹਾਂ। ਜੇ ਮੈਨੂੰ ਅਕਾਲ ਪੁਰਖ ਨੇ ਉਹ ਸੋਝੀ ਜਾਂ ਉਹ ਧਿਆਨ ਜਾਂ ਉਹ ਮੌਕਾ ਨਹੀਂ ਦਿੱਤਾ ਇਸ ਗੁਰਬਾਣੀ ਨੂੰ ਸਮਝਣ ਦੀ, ਅਤੇ ਮੈਂ ਕੌਣ ਹਾਂ, ਮੈਂ ਕਿਵੇਂ ਸਮਝ ਸਕਦੀ ਹਾਂ? ਕਦੀ ਵੀ ਨਹੀਂ। 30 ਸਾਲ ਦੀ ਉਮਰ ਤੱਕ ਤਾਂ ਮੈਂ ਇੱਕ ਪੰਕਤੀ ਵੀ ਸਮਝਣ ਦੀ ਕੋਸ਼ਿਸ਼ ਕੀਤੀ ਵੀ ਨਹੀਂ। ਰੱਬ ਵਿੱਚ ਉਦੋਂ ਵੀ ਵਿਸ਼ਵਾਸ ਹੈਗਾ ਸੀ, ਬਹੁਤ ਹੈਗਾ ਸੀ, ਕਿਉਂਕਿ ਅਸੀਂ ਬੋਰਡਿੰਗ ਸਕੂਲ ਵਿੱਚ ਪੜ੍ਹੇ ਹਾਂ 5 ਸਾਲ ਦੀ ਉਮਰ ਤੋਂ ਪੂਰੀ ਜ਼ਿੰਦਗੀ 11 ਸਾਲ ਬੋਰਡਿੰਗ ਸਕੂਲ, ਲੇਡੀਜ਼ ਗਰਲਜ਼ ਬੋਰਡਿੰਗ ਸਕੂਲ, ਕੌਨਵੈਂਟ ਐਜੂਕੇਸ਼ਨ, ਕ੍ਰਿਸਚੀਅਨ ਸਕੂਲ ਵਿੱਚ ਅਸੀਂ ਪੜ੍ਹੇ ਹਾਂ। ਨਾ ਅਸੀਂ ਕਨਵਰਟ ਹੋਏ ਕ੍ਰਿਸਚੈਨਿਟੀ ਵਿੱਚ, ਕਿਉਂਕਿ ਇੱਕ ਓਂਕਾਰ ਦਾ ਮੈਨੂੰ ਕਲੈਰਿਟੀ ਹੈਗਾ ਸੀ ਬਚਪਨ ਤੋਂ ਕਿ ਕੋਈ ਭਾਵੇਂ ਕਿਹੜਾ ਧਰਮ ਵਿੱਚ ਵਰਸ਼ਿਪ ਕਰੇ, ਉਹ ਸਿਰਫ ਜਿਵੇਂ ਅਲੱਗ ਅਲੱਗ ਦੇਸ਼ ਵਿੱਚ ਅਸੀਂ ਪੈਦਾ ਹੋਏ ਹਾਂ। ਅਮੈਰੀਕਨ ਦਾ ਕੱਪੜੇ ਪਾਉਣ ਦਾ ਤਰੀਕਾ ਅਤੇ ਥਾਈ ਦਾ ਕੱਪੜੇ ਪਾਉਣ ਦਾ ਤਰੀਕਾ ਅਤੇ ਇੰਡੀਅਨ ਦਾ ਕੱਪੜੇ ਪਾਉਣ ਦਾ ਤਰੀਕਾ, ਜਪਨੀਜ਼ ਦਾ, ਚਾਈਨੀਜ਼ ਦਾ, ਰਸ਼ੀਅਨ ਦਾ ਅਲੱਗ ਅਲੱਗ ਹੈ। ਅਤੇ ਇਸੇ ਤਰ੍ਹਾਂ ਅਲੱਗ ਅਲੱਗ ਤਰੀਕੇ ਦੇ ਨਾਲ ਧਰਮ ਨੂੰ ਵੀ ਅਸੀਂ ਅਲੱਗ ਅਲੱਗ ਲੈ ਗਏ ਹਾਂ। ਲੇਕਿਨ ਉਹ ਇੱਕ ਓਂਕਾਰ ਦੀ ਗੱਲ ਨੂੰ ਮੈਂ ਬਚਪਨ ਤੋਂ ਹੀ ਸਮਝ ਲਿਆ ਸੀ। ਤਾਂ ਮੈਂ ਕ੍ਰਿਸਚੀਅਨ ਦੇ ਨਾਲ ਰਹਿ ਕੇ ਵੀ ਮੈਨੂੰ ਉਸ ਇੱਕ ਦੀ ਗੱਲ ਹੀ ਨਜ਼ਰ ਆਉਂਦੀ ਸੀ। ਮੈਂ ਚੈਪਲ ਵਿੱਚ, ਚਰਚ ਵਿੱਚ ਜਾਂਦੀ ਸਾਂ ਰੋਜ਼, ਕਿਉਂਕਿ ਮਾਹੌਲ ਬਣਿਆ ਸੀ ਸਤਸੰਗ ਦਾ। ਅਕਾਲ ਪੁਰਖ ਨੂੰ ਯਾਦ ਕਰਨਾ ਜਿੱਥੇ ਮਰਜ਼ੀ ਬਹਿ ਕੇ ਯਾਦ ਕਰੋ, ਬਲਕਿ ਕੋਈ ਵੀ ਸਤਸੰਗ ਦੇ ਵਿੱਚ ਅੱਛੀ ਯਾਦ ਆ ਜਾਂਦੀ ਹੈ। ਮੰਦਿਰ ਜਾਓ, ਮਸਜਿਦ ਜਾਓ, ਗੁਰਦੁਆਰਾ ਜਾਓ, ਚਰਚ ਜਾਓ, ਉੱਥੇ ਬਹਿਣ ਦੇ ਨਾਲ ਇੱਕ ਗੱਲ ਤਾਂ ਯਾਦ ਆ ਜਾਂਦੀ ਨਾ, ਉੱਥੇ ਮਕਸਦ ਕੀ ਹੈ ਇਹੋ ਜਿਹੇ ਮਾਹੌਲ ਵਿੱਚ ਜਾਣ ਦਾ? ਉਸ ਇੱਕ ਨੂੰ ਯਾਦ ਕਰਨ ਵਾਸਤੇ। ਅਤੇ ਇਸ ਵਾਸਤੇ ਮੈਂ ਵੀ ਬਚਪਨ ਤੋਂ ਅਕਾਲ ਪੁਰਖ ਦੀ ਉਸ ਇੱਕ ਨੂੰ ਤਾਂ ਯਾਦ ਕਰਦੀ ਸਾਂ। ਵਿਸ਼ਵਾਸ ਤਾਂ ਹੈਗਾ, ਅਤੇ ਮੰਗਦੀ ਵੀ ਸਾਂ ਉਹਨੂੰ ਕੋਲ ਜੋ ਮੈਨੂੰ ਚਾਹੀਦਾ ਸੀ। ਉਸ ਵੇਲੇ ਮੈਨੂੰ ਥੋੜ੍ਹਾ ਪਤਾ ਸੀ ਮੈਂ ਆਤਮਾ ਹੈ, ਉਹ ਪਰਮਾਤਮਾ ਹੈ, ਇਹ ਗੱਲਾਂ ਨਹੀਂ ਹੁੰਦੀਆਂ ਸਨ। ਪਰ ਵਿਸ਼ਵਾਸ ਅਤੇ ਪਿਆਰ, ਇਸ ਤਰ੍ਹਾਂ ਹਰ ਇੱਕ ਇਨਸਾਨ ਵਿਸ਼ਵਾਸ ਅਤੇ ਰੱਬ ਨੂੰ ਪਿਆਰ ਕਰਦੇ ਨੇ, ਅਤੇ ਰੱਬ ਨੂੰ ਯਾਦ ਵੀ ਕਰਦੇ ਨੇ, ਅਤੇ ਰੱਬ ਅੱਗੇ ਅਰਦਾਸ ਵੀ ਕਰਦੇ ਨੇ, ਅਤੇ ਗੁਰਦੁਆਰਾ, ਮੰਦਿਰ, ਮਸਜਿਦ, ਚਰਚ ਵੀ ਜਾਂਦੇ ਨੇ, ਸਭ ਕੁਝ ਕਰ ਰਹੇ ਨੇ ਸਾਰੇ। ਫਿਰ ਕਿਉਂ ਦੁੱਖ? ਫਿਰ ਕਿਉਂ ਇਹ ਸਾਨੂੰ ਤਕਲੀਫ ਮਨ ਦੇ ਵਿੱਚ? ਕਿਉਂਕਿ ਗੁਰੂ ਪੁੱਛ ਰਹੇ ਨੇ, ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ। ਜੇ ਤੇਰੇ ਸਿਰ ਦੇ ਉੱਤੇ ਅਕਾਲ ਪੁਰਖ ਦਾ ਹੱਥ ਹੈਗਾ, ਜੇ ਤੂੰ ਅਕਾਲ ਪੁਰਖ ਨੂੰ ਯਾਦ ਸਹੀ ਤਰੀਕੇ ਨਾਲ ਅੱਛੀ ਤਰ੍ਹਾਂ ਕਰ ਰਹੀ ਹੈ, ਫਿਰ ਦੁੱਖ ਕਿਉਂ? ਇਹਦਾ ਮਤਲਬ ਅਸੀਂ ਸਾਰੇ ਜੋ ਕਰ ਰਹੇ ਹਾਂ, ਜਦ ਵੀ ਕਰ ਰਹੇ ਹਾਂ ਠੀਕ ਹੀ ਕਰ ਰਹੇ ਸਾਂ। ਪਰ ਹੁਣ ਜੇ ਤੁਸੀਂ ਇੱਥੇ ਵੇਖ ਰਹੇ ਹੋ, ਇਸ ਮੇਰੇ ਨਾਲ ਰਲ ਕੇ ਅਸੀਂ ਸਮਝ ਰਹੇ ਜਪਜੀ ਸਾਹਿਬ ਨੂੰ, ਅਤੇ ਰਲ ਕੇ ਅਸੀਂ ਇੱਥੇ ਆਪਣੇ ਆਤਮਾ ਨੂੰ, ਪਰਮਾਤਮਾ ਨੂੰ ਗਹਿਰਾਈ ਵਿੱਚ ਸਮਝ ਰਹੇ ਹਾਂ, ਅਤੇ ਫਿਰ ਇਹਦਾ ਮਤਲਬ ਸਾਡੀ ਜਾਗਣ ਦਾ ਟਾਈਮ ਆ ਗਿਆ। ਹੋਰ ਅੱਗੋਂ ਚੱਲਣਾ। ਕਿੰਡਰਗਾਰਟਨ ਵਿੱਚ ਥੋੜ੍ਹਾ ਬੈਠੇ ਰਹਿਣਾ, ਬਸ ਪੜ੍ਹ ਲਿਆ ਬਾਣੀ, ਮੱਥਾ ਟੇਕ ਲਿਆ, ਰੁਮਾਲਾ ਬਦਲ ਲਿਆ, ਜਾਂ ਤੀਰਥ 'ਤੇ ਚਲੇ ਗਏ, ਬਸ ਕੰਮ ਹੋ ਗਏ, ਰੱਬ ਨੂੰ ਯਾਦ ਕਰ ਬੈਠੇ। ਇਹ ਗੱਲ ਨਹੀਂ ਹੈਗਾ। ਪੜ੍ਹ ਪੜ੍ਹ ਗੱਡੀ ਲੱਦੇ, ਸਹਿ ਸਿਆਣਪਾ ਲੱਖ ਹੋਏ, ਇੱਕ ਨਾ ਚੱਲੇ ਨਾਲ। ਗੁਰੂ ਦੀ ਗੱਲ ਪਹਿਲੀ ਪੌੜੀ ਵਿੱਚ। ਕੀ ਅਸਾਂ ਆਪਣੇ ਆਪ ਨੂੰ ਸਮਝਿਆ ਕਿ ਅਸੀਂ ਠੀਕ ਹੀ ਕਰ ਰਹੇ ਹਾਂ? ਜੇ ਅਸੀਂ ਠੀਕ ਹੀ ਕਰ ਰਹੇ, ਫਿਰ ਸਾਡਾ ਜ਼ਿੰਦਗੀ ਸੰਤਾਂ ਭਗਤਾਂ ਵਰਗਾ ਹੋਣਾ ਚਾਹੀਦਾ। ਸਾਡੇ ਮਨ ਦੇ ਅਵਸਥਾ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਉਹ ਹੋਣਾ ਚਾਹੀਦਾ। ਉਹ ਹੁੰਦੀ ਕਿਉਂ ਨਹੀਂ? ਇਹਦਾ ਮਤਲਬ ਕੁਛ ਹੈਗਾ ਜਿਹੜਾ ਅਸੀਂ ਨਹੀਂ ਕਰ ਰਹੇ ਹਾਂ, ਜੋ ਗੁਰੂ ਨਾਨਕ ਨੇ ਕੀਤਾ, ਜੋ ਬੁੱਧਾ ਕਰ ਰਹੇ ਸਨ, ਜੋ ਜੀਸਸ ਕਰ ਰਹੇ ਸਨ, ਉਹ ਅਸੀਂ ਗਹਿਰਾਈ ਵਿੱਚ ਖੋਜ ਰਹੇ ਹਾਂ। ਕਿਉਂਕਿ ਹੁਣ ਵਕਤ ਆ ਗਿਆ, ਇਸ ਹੱਦ ਤੱਕ ਅਸੀਂ ਕਲਯੁੱਗ ਦੇ ਅੰਤ ਵਿੱਚ ਪਹੁੰਚ ਗਏ ਹਾਂ ਕਿ ਹੁਣ ਸਾਨੂੰ ਜਾਗਣਾ ਪਏਗਾ। ਉਸ ਨੋਰਮਲ ਰੂਟੀਨ ਰੱਬ ਨੂੰ ਜਿਵੇਂ ਅਸੀਂ ਯਾਦ ਕਰ ਰਹੇ ਹਾਂ, ਉਸ ਤੋਂ ਉੱਠ ਕੇ ਉਸ ਨੂੰ ਛੱਡਣ ਦੀ ਲੋੜ ਨਹੀਂ ਹੈਗੀ। ਉਹ ਜਦੋਂ ਛੁੱਟੇਗਾ, ਉਹ ਆਪੇ ਛੁੱਟੇਗਾ, ਉਸ ਨੂੰ ਛੱਡਣਾ ਨਹੀਂ। ਪਰ ਰੱਬ ਨੂੰ ਹੋਰ ਤਰੀਕੇ, ਮਤਲਬ ਹੋਰ ਗਹਿਰਾਈ ਵਿੱਚ ਕਿਵੇਂ ਪਾਉਣਾ ਹੈ,
ਹੁਣ ਇੱਥੇ ਅਸੀਂ ਉਸ ਅਗਲਾ ਸਟੈਪ ਲੈਣ ਦੀ ਗੱਲ ਕਰ ਰਹੇ ਹਾਂ। ਇੱਥੇ ਆਤਮਾ ਨੂੰ ਪਹਿਚਾਨਣਾ ਹੈ। ਮੈਂ ਅਮਰਜੀਤ ਬਣ ਕੇ ਤੇ ਰੱਬ ਨੂੰ ਬਹੁਤ ਯਾਦ ਕੀਤਾ ਬਚਪਨ ਤੋਂ, ਪਰ ਜਦ ਅਮਰਜੀਤ ਬਣ ਕੇ ਰੱਬ ਨੂੰ ਯਾਦ ਕਰਦਿਆਂ ਮੈਨੂੰ ਸਮਝ ਆ ਗਈ ਕਿ ਮੈਨੂੰ ਖੁਸ਼ੀ ਨਹੀਂ ਮਿਲ ਰਹੀ ਹੈ, ਮੈਨੂੰ ਮੇਰਾ ਦੁੱਖ ਵੱਧ ਰਿਹਾ ਹੈ, ਬਲਕਿ ਮੇਰੇ ਅੰਦਰ ਵੈਰਾਗ ਅਤੇ ਖਾਲੀਪਨ ਹੋਰ ਹੀ ਵੱਧ ਰਿਹਾ ਹੈ। ਅਤੇ ਮੇਰੇ ਸਭ ਰਿਲੇਸ਼ਨਸ਼ਿਪਸ ਜੋ ਮੈਨੂੰ ਇੰਨਾ ਸਤਾ ਰਹੇ ਮੇਰੇ ਮਨ ਵਿੱਚ, ਮੈਂ ਉਸ ਨੂੰ ਇੰਨੀ ਵੱਡੀ ਕਰ ਬੈਠੀ ਹਾਂ। ਛੋਟੀਆਂ ਛੋਟੀਆਂ ਗੱਲਾਂ ਨੂੰ ਅਸੀਂ ਮਨ ਵਿੱਚ ਐਕਸਪੈਂਡ ਕਰ ਦਿੰਦੇ ਹਾਂ। ਕੋਈ ਮੈਨੂੰ ਜ਼ਰਾ ਕੁਛ ਬੋਲੇ, ਮਨ ਵਿੱਚ ਉਹ ਦੌੜਾ ਕੇ ਅਸੀਂ ਇੰਨੀ ਛੋਟੀ ਗੱਲ ਨੂੰ ਇੰਨੀ ਵੱਡੀ ਕਰ ਦਿੰਦੇ ਹਾਂ। ਵੱਡੀਆਂ ਗੱਲਾਂ ਦੇ ਉੱਤੇ ਨਾਰਾਜ਼ਗੀ ਤਾਂ ਇੰਨੀ ਨਹੀਂ ਹੈ ਜ਼ਿੰਦਗੀ ਵਿੱਚ, ਛੋਟੀਆਂ ਛੋਟੀਆਂ ਗੱਲਾਂ ਨੂੰ ਅਸੀਂ ਪਕੜ ਕੇ ਨਾਰਾਜ਼ ਹੋ ਜਾਂਦੇ ਹਾਂ। ਮੈਂ ਇੱਕ ਐਗਜ਼ਾਮਪਲ ਦਿੰਦੀ ਹਾਂ ਤੁਹਾਨੂੰ। ਇੱਕ ਵਾਰੀ ਮੈਂ ਬਾਸਕਟਬਾਲ ਦੀ ਕੋਚਿੰਗ ਕਰਦੀ ਸਾਂ, ਅਤੇ ਮੈਂ ਹਮੇਸ਼ਾ ਪਲੇਅਰਸ ਨੂੰ ਹੌਸਲਾ ਦਿੰਦੀ ਹਾਂ, ਕਿਉਂਕਿ ਕੋਚ ਤੇ ਫਰਜ਼ ਹੈ ਸੋ ਹੌਸਲਾ ਦੇਣਾ। ਅਤੇ ਇੱਕ ਨਵੀਂ ਸਟੂਡੈਂਟ ਮਤਲਬ ਆਈ ਸੀ, ਖਿਲਾੜੀ ਨਵੀਂ, ਅਤੇ ਉਹ ਬਾਸਕਟਬਾਲ ਅਸੀਂ ਮਤਲਬ ਲੇਡੀਜ਼ ਦਾ ਖੇਡ ਰਹੇ, ਅਤੇ ਅਸੀਂ ਸਾਰੇ ਬਾਸਕਟਬਾਲ ਨੂੰ ਕਿੰਨੇ ਸਾਲਾਂ ਤੋਂ ਛੱਡਿਆ ਹੋਇਆ ਸੀ, ਅਤੇ ਨਵਾਂ ਸਿਰੋਂ ਖੇਲ ਰਹੇ ਸੀ, ਅਤੇ ਮਤਲਬ ਇੰਟਰ ਸਪੋਰਟਸ ਕਰ ਰਹੇ ਸੀ, ਅਤੇ ਕੰਪੀਟੀਸ਼ਨ ਵੀ ਹੋਣ ਵਾਲਾ ਸੀ। ਅਤੇ ਇੱਕ ਨਵੀਂ ਖਿਲਾੜੀ ਆਈ ਹੈ, ਅਤੇ ਉਹਨੇ ਆਖਿਆ ਕਿ ਮੈਂ ਕਿੰਨੇ ਸਾਲ ਤੋਂ ਮੈਂ ਕਦੀ ਖੇਡਿਆ ਨਹੀਂ। ਮੈਂ ਕਿਹਾ ਮੈਨੂੰ ਲੋੜ ਹੈ ਪਲੇਅਰ ਦੀ, ਤੂੰ ਆ, ਤੂੰ ਖੇਡ, ਤੂੰ ਕਰ ਸਕਦੀ। ਅਸੀਂ ਵੀ ਤਾਂ ਸਾਰੇ ਐਸਾ ਹੀ ਕਰ ਰਹੇ ਹਾਂ। ਅਤੇ ਉਹ ਖੇਡਦੀ ਪਈ ਸੀ, ਅਤੇ ਮੈਂ ਜਦੋਂ ਵੀ ਉਹ ਖੇਡਦੀ ਸੀ ਅਤੇ ਕੁਛ ਅੱਛਾ ਕਰਦੀ ਸੀ, ਮੈਂ ਉਸ ਪ੍ਰੇਜ਼ ਕਰਦੀ ਸਾਂ। ਉਸ ਦੇ ਉੱਤੇ ਉਸ ਦਿਨ ਮੈਂ ਜ਼ਿਆਦਾ ਪ੍ਰੇਜ਼ ਕੀਤਾ, ਕਿਉਂਕਿ ਉਹ ਪਹਿਲੀ ਵਾਰੀ ਆਈ ਸੀ। ਕੀ ਹੋਇਆ, ਮੇਰੇ ਜਿਹੜੇ ਪੁਰਾਣੇ ਪਲੇਅਰਸ ਨੇ ਉਹਨਾਂ ਨੂੰ ਦੁੱਖ ਹੋ ਗਿਆ ਕਿ ਸਾਨੂੰ 'ਤੇ ਧਿਆਨ ਹੀ ਨਹੀਂ ਦਿੰਦੀ ਪਈ। ਉਹ ਫਿਰ ਮੈਨੂੰ ਆ ਕੇ ਕਹਿਣ, ਤੂੰ ਤਾਂ ਉਹਨੂੰ ਹੀ ਪ੍ਰੇਜ਼ ਕਰਵੇਂ, ਅਸੀਂ ਤਾਂ ਇੰਨਾ ਚਿਰ ਤੇਰੇ ਨਾਲ ਖੇਡ ਰਹੇ ਹਾਂ, ਸਾਨੂੰ ਤਾਂ ਤੂੰ ਪ੍ਰੇਜ਼ ਹੀ ਨਹੀਂ ਕੀਤਾ, ਤੂੰ ਵਾਹਵਾ ਹੀ ਨਹੀਂ ਕੀਤਾ। ਮੈਂ ਮੁਸਕਰਾਇਆ। ਮੈਂ ਕਿਹਾ ਮੈਂ ਉਸ ਨੂੰ ਇਸ ਵਾਸਤੇ ਪ੍ਰੇਜ਼ ਕਰਿਆ ਤਾਂ ਕਿ ਸਾਡਾ ਟੀਮ ਕੰਪਲੀਟ ਹੋਏ, ਸਾਨੂੰ ਉਸ ਦੀ ਲੋੜ ਹੈਗਾ। ਤੂੰ ਤਾਂ ਹੈ ਹੀ ਹੈ, ਤੂੰ ਤਾਂ ਮੇਰੇ ਵਰਗਾ, ਅਸੀਂ ਆਪੇ ਚੱਲ ਹੀ ਰਹੇ ਹਾਂ, ਅਸੀਂ ਤਾਂ ਹੈ ਹੀ ਖੇਡਦੇ ਪਏ ਹਾਂ, ਆਪਣੇ ਬੈਸਟ ਕਰ ਹੀ ਰਹੇ ਹਾਂ। ਤੈਨੂੰ ਪ੍ਰੇਜ਼ ਦੀ ਕੀ ਲੋੜ ਹੈ, ਮੈਨੂੰ ਪ੍ਰੇਜ਼ ਦੀ ਕੀ ਲੋੜ। ਉਹਨੂੰ ਚਾਹੀਦਾ, ਨਹੀਂ ਤਾਂ ਉਹ ਨਿਕਲ ਜਾਏਗੀ, ਉਹ ਖੇਡਣ ਆਏਗੀ ਨਹੀਂ। ਅਤੇ ਪਰ ਦੇਖੋ, ਮੇਰਾ ਉਸ ਨੂੰ ਪ੍ਰੇਜ਼ ਨਹੀਂ ਕੀਤਾ, ਉਸ ਨੂੰ ਕਿੰਨਾ ਬੁਰਾ ਲੱਗਿਆ। ਅਸੀਂ ਇਸ ਤਰ੍ਹਾਂ ਜ਼ਿੰਦਗੀ ਵਿੱਚ ਕਈ ਵਾਰੀ ਕੋਈ ਸਾਨੂੰ ਬੁਰਾ ਭਲਾ ਕਹਿੰਦੇ ਵੀ ਨਹੀਂ, ਪਰ ਅਸੀਂ ਉਸ ਨੂੰ ਬੁਰਾ ਮੰਨ ਲੈਂਦੇ ਹਾਂ। ਮੇਰੇ ਹਸਬੈਂਡ ਨੇ ਮੇਰੇ ਬਰਥਡੇ ਨੂੰ ਮੈਨੂੰ ਫੋਨ ਨਹੀਂ ਕੀਤਾ, ਉਹਨੇ ਕੁਝ ਕੀਤਾ ਨਹੀਂ ਬੁਰਾ, ਸ਼ਾਇਦ ਭੁੱਲ ਗਏ, ਜਾਂ ਹਸਬੈਂਡ ਤੋਂ ਕੋਈ ਬੈਸਟ ਫਰੈਂਡ ਕੋਈ ਵੀ, ਮੈਂ ਉਸ ਨੂੰ ਬੁਰਾ ਮੰਨ ਲਿਆ। ਕਿਉਂ? ਮੈਂ ਇਸ ਹੋਂਦ ਵਿੱਚ ਇੰਨੀ ਫਸ ਗਈ ਹਾਂ ਕਿ ਮੈਂ ਅਮਰਜੀਤ ਹਾਂ, ਅਤੇ ਮੇਰਾ ਬਰਥਡੇ ਇੰਨਾ ਇੰਪੋਰਟੈਂਟ ਹੈ, ਮੇਰਾ ਇਸ ਦੁਨੀਆ ਵਿੱਚ ਆਉਣਾ, ਜਨਮ ਲੈਣਾ ਇੰਨਾ ਇੰਪੋਰਟੈਂਟ ਹੈ। ਮੈਂ ਸਾਰਿਆਂ ਦੇ ਬਰਥਡੇ ਦੇ ਕਿਸ ਤਰ੍ਹਾਂ ਸਾਰਿਆਂ ਨੂੰ ਯਾਦ ਕਰਨੀ ਹੈ, ਉਹ ਕਿਉਂ ਨਹੀਂ ਮੈਨੂੰ ਯਾਦ ਕਰਦੇ ਉਸ ਤਰ੍ਹਾਂ। ਇਹਦੇ ਵਿੱਚ ਕਿੰਨੀ ਵੱਡੀ ਹਉਮੈ ਹੈ ਨਾ, ਕਿੰਨੀ ਵੱਡੀ ਮੋਹ ਹੈ। ਅਤੇ ਕਿਸੇ ਨੇ ਕੁਛ ਨਹੀਂ ਕੀਤਾ, ਸ਼ਾਇਦ ਬਿਜ਼ੀ ਸਨ, ਸ਼ਾਇਦ ਕੋਈ ਆਪਣੇ ਇਹੋ ਜਿਹਾ ਗੱਲ ਜ਼ਿੰਦਗੀ ਵਿੱਚ ਆਈ ਜਿਹੜਾ ਕਿ ਉਹਨਾਂ ਨੂੰ ਡਿਸਟਰਬ ਕਰ ਰਿਹਾ। ਅਸੀਂ ਪੁੱਛਦੇ ਵੀ ਨਹੀਂ, ਅਸੀਂ ਕਹਾਂਗੇ ਤੂੰ ਮੈਨੂੰ ਬਰਥਡੇ ਦੀ ਵਿਸ਼ ਹੀ ਨਹੀਂ ਕੀਤਾ, ਤੂੰ ਮੈਨੂੰ ਯਾਦ ਹੀ ਨਹੀਂ ਕੀਤਾ। ਕੀ ਪੁੱਛਣਾ ਚਾਹੀਦਾ, ਕੀ ਗੱਲ ਅੱਜ ਤੁਸੀਂ ਜ਼ਿਆਦਾ ਬਿਜ਼ੀ ਸੋ, ਕੀ ਹੋ ਰਿਹਾ ਮਨ ਵਿੱਚ, ਮਨ ਠੀਕ ਹੋ, ਤੁਸੀਂ ਖੁਸ਼ ਹੋ, ਸਾਰਾ ਕੁਝ ਠੀਕ ਚੱਲ ਰਿਹਾ ਹੈ, ਇਸ ਤਰ੍ਹਾਂ ਪੁੱਛਣਾ ਚਾਹੀਦਾ, ਨਾ ਕਿ ਮੇਰਾ ਤੂੰ ਅੱਜ ਕੁਝ ਭੁੱਲ ਗਿਆ। ਅੰਦਰ ਗੁੱਸਾ ਹੋਏ ਅਤੇ ਮਨ ਦੂਜੇ ਦੇ ਭਲਾ ਵਾਸਤੇ ਕਿਵੇਂ ਸੋਚ ਸਕਦਾ। ਮਨ ਵਿੱਚ ਉਹ ਖਿਆਲ ਹੀ ਨਹੀਂ ਹੈਗਾ ਕਿ ਦੂਜੇ ਨੂੰ ਕਿਵੇਂ ਅਸੀਂ ਦੂਜੇ ਦੇ ਨਾਲ ਕਿਵੇਂ ਅਸੀਂ ਗੱਲ ਕਰੀਏ, ਕਿਵੇਂ ਉਹ ਸਾਡੇ ਨਾਲ ਗੱਲ ਕਰੀਏ, ਇਹ ਖਿਆਲ ਸਾਨੂੰ ਆਉਂਦਾ ਵੀ ਨਹੀਂ। ਅਤੇ ਇਸ ਆਪ ਨੂੰ ਸਮਝਦੇ ਕਿ ਕਈ ਵਾਰੀ ਕੋਈ ਗਲਤ ਕੀਤਾ ਵੀ ਨਹੀਂ, ਅਸੀਂ ਗਲਤ ਲੈ ਜਾਂਦੇ ਹਾਂ ਮਨ ਦੇ ਵਿੱਚ। ਇਹ ਮਨ ਦੀ ਗੱਲ ਕਰਦੇ, ਮਨ ਇੰਨੀ ਇਸ ਵੇਲੇ ਗਿਰ ਚੁੱਕਿਆ ਹੈ ਕਿ ਉਹ ਹਰ ਇੱਕ ਗੱਲ ਵਿੱਚ ਨੈਗੇਟਿਵ ਹੀ ਨਜ਼ਰ ਆਉਂਦੀ ਹੈ, ਪੋਜ਼ੀਟਿਵ ਦਿਖਦਾ ਹੀ ਨਹੀਂ ਹੈ। ਅਸੀਂ ਪਹਿਲੇ ਹੀ ਨੈਗੇਟਿਵ ਫੜ ਲੈਂਦੇ ਹਾਂ। ਕਿਉਂ? ਅਤੇ ਕਿਉਂ, ਇਹ ਬੜੀ ਵੱਡੀ ਸਵਾਲ ਹੈ। ਕਿਉਂ? ਕਿਉਂਕਿ ਮਨ ਦੀ ਸ਼ਕਤੀ ਖਤਮ ਹੋ ਚੁੱਕੀ ਹੈ। ਮਨ ਦੀ ਸ਼ਕਤੀ, ਮਨ ਨੂੰ ਪੋਜ਼ੀਟਿਵ ਰਹਿਣ ਦੀ ਸ਼ਕਤੀ ਖਤਮ ਹੋ ਚੁੱਕੀ ਹੈ।
ਮਨ ਨੂੰ ਸ਼ਕਤੀ ਦੇਣ ਵਾਸਤੇ, ਮਨ ਨੂੰ ਗੁਣ ਦੇਣ ਵਾਸਤੇ, ਸ਼ਕਤੀ ਦੇ ਨਾਲ ਗੁਣ ਪੈਦਾ ਹੋਏਗਾ, ਸ਼ਕਤੀ ਚਾਹੀਦੀ ਹੈ। ਮਨ ਜੇ ਕੋਈ ਗੱਲ ਮੁਝੇ ਚੰਗਾ ਨਹੀਂ ਲੱਗਦਾ ਇਹਦਾ ਮਤਲਬ ਮੈਂ ਕਮਜ਼ੋਰ ਹਾਂ। ਇਹਦਾ ਮਤਲਬ ਮੈਨੂੰ ਖੁਸ਼ੀ ਤਾਂ ਮਿਲੇਗੀ ਜੇ ਉਹ ਮੇਰੇ ਨਾਲ ਠੀਕ ਬੋਲਣ। ਇਹਦਾ ਮਤਲਬ ਮੈਂ ਡਿਪੈਂਡੈਂਟ ਹਾਂ ਉਸ ਦੀ ਗੱਲ ਉੱਤੇ। ਫਿਰ ਮੇਰੀ ਆਪਣੀ ਹੋਂਦ, ਆਪਣੀ ਇੰਡੀਵਿਜੁਅਲਿਟੀ, ਆਪਣੀ ਇੰਡੀਪੈਂਡੈਂਸ, ਆਪਣੀ ਖੁਦ ਦੀ ਸੈਲਫ ਰਿਸਪੈਕਟ ਕਿੱਥੇ ਗਈ? ਕਿ ਹਮੇਸ਼ਾ ਕੋਈ ਮੈਨੂੰ ਕੰਪਲੀਟ ਕਰੇ, ਜਿਸ ਤਰ੍ਹਾਂ ਮੇਰਾ ਮਨ ਚਾਹੇ ਉਹ ਮੇਰੇ ਨਾਲ ਕਰੇ ਤਾਂ ਮੈਂ ਖੁਸ਼ ਹੋਵਾਂਗੀ। ਫਿਰ ਤਾਂ ਜੇ ਉਹ ਨਾ ਹੋਏ ਫਿਰ ਤਾਂ ਮੈਂ ਦੁਖੀ ਹੋ ਜਾਵਾਂਗੀ। ਜੇ ਉਹ ਸਿਚੁਏਸ਼ਨਸ ਨਾ ਪੈਦਾ ਹੋਣ, ਉਹ ਲੋਕ ਨਾ ਹੋਣ, ਉਹ ਖਾਣਾ ਪੀਣਾ ਜਾਂ ਮਟੀਰੀਅਲਿਸਟਿਕ ਚੀਜ਼ਾਂ ਮੇਰੇ ਕੋਲ ਨਾ ਹੋਣ ਤਾਂ ਫਿਰ ਮੈਂ ਦੁਖੀ ਹੋ ਜਾਵਾਂਗੀ। ਅਸੀਂ ਬਾਹਰਲੇ 5 ਤੱਤਵ 'ਤੇ ਅਟਕੇ ਹੋਏ ਹਾਂ। 5 ਤੱਤਵ 'ਤੇ ਔਰ ਮੋਹ ਦੀ ਗੱਲ ਉਹ 5 ਤੱਤਵ ਤੋਂ ਥੋੜ੍ਹਾ ਉੱਤੇ ਹੈ। ਰਿਲੇਸ਼ਨਸ਼ਿਪਸ ਦੀ ਗੱਲ ਜਿਹੜੀ ਹੈ ਉਹ ਮੋਹ ਹੈ। ਤਦ ਮੈਂ ਕਹਿੰਦੀ ਹਾਂ ਮੋਹ ਅਤੇ ਅਹੰਕਾਰ ਬਹੁਤ ਸੂਖਸ਼ਮ ਹੈ। ਅਸੀਂ ਮੋਹ ਦੇ ਵਿੱਚ ਫਸੇ ਹੋਏ ਹਾਂ। ਪਿਆਰ ਨਹੀਂ, ਸੱਚਾ ਪਿਆਰ ਇਸ ਵੇਲੇ ਕਲਯੁਗ ਵਿੱਚ ਸਿਰਫ ਉਸ ਅਕਾਲ ਪੁਰਖ ਨਾਲ ਹੁੰਦੀ ਹੈ। ਅਤੇ ਜਦੋਂ ਅਸੀਂ ਉਸ ਅਕਾਲ ਪੁਰਖ ਨੂੰ ਯਾਦ ਕਰਾਂਗੇ ਅਤੇ ਅਸੀਂ ਉਸ ਅਕਾਲ ਪੁਰਖ ਦੇ ਨਾਲ ਜੁੜਾਂਗੇ। ਸਾਚੀ ਪ੍ਰੀਤ ਤੁਮ ਸਿਓ ਜੋੜ, ਮਨ ਵਿੱਚ ਸਿਰਫ ਤੈਨੂੰ ਅਸੀਂ ਰੱਖਾਂਗੇ, ਭਰਾਂਗੇ ਫੁੱਲੀ। ਜਿਵੇਂ ਮੈਂ ਜੋਤੀ ਬਿੰਦੂ, ਤੂੰ ਜੋਤੀ ਬਿੰਦੂ, ਅਤੇ ਅਸੀਂ ਮਿਲ ਕੇ ਹੁਣੇ ਇਸ ਵੇਲੇ ਭਰ ਰਹੀ ਹਾਂ ਅਕਾਲ ਪੁਰਖ ਦੇ ਪਿਆਰ ਦੇ ਨਾਲ, ਗੁਣਾਂ ਦੇ ਨਾਲ, ਸ਼ਕਤੀ ਦੇ ਨਾਲ, ਸ਼ਾਂਤੀ ਦੇ ਨਾਲ, ਪ੍ਰੇਮ ਦੇ ਨਾਲ। ਸਾਨੂੰ ਪਿਆਰ ਬਹੁਤ ਚਾਹੀਦਾ ਹੈ। ਪਿਆਰ ਦੇ ਨਾਲ ਭਰੀਏ ਭਰੀਏ ਭਰੀਏ, ਆਪਣੇ ਮੱਤ ਦੇ ਵਿੱਚ ਪਿਆਰ ਨਾਲ ਭਰੀਏ, ਖੁਸ਼ੀ ਨਾਲ, ਸੰਤੁਸ਼ਟਤਾ ਨਾਲ। ਆਪਾਂ ਜਦੋਂ ਇਸ ਤਰ੍ਹਾਂ ਅਕਾਲ ਪੁਰਖ ਨੂੰ ਮਨ ਵਿੱਚ ਰੱਖਾਂਗੇ, ਤੂੰ ਹੀ ਹੋਰ ਕੋਈ ਨਹੀਂ, ਫਿਰ ਜਦੋਂ ਅਸੀਂ ਫੀਲ ਕਰਨਾ ਕਿ ਸਾਡੇ ਵਿੱਚ ਪਿਆਰ ਆ ਗਿਆ, ਅਸੀਂ ਖੁਸ਼ ਹੋ ਗਿਆ, ਫਿਰ ਅਸੀਂ ਉਸ ਦੀ ਕਿਰਨੇ ਨੂੰ ਫੈਲਾਵਾਂਗੇ। ਫਿਰ ਅਸੀਂ ਦੁਨੀਆ ਨੂੰ ਦੇ ਪਾਵਾਂਗੇ। ਉਹਦੇ ਵਰਗਾ ਅਸੀਂ ਵੀ ਦਿੰਦਾ ਦੇ, ਲੈਂਦੇ ਥੱਕ ਪਾਏ ਬਣਾਂਗੇ। ਫਿਰ ਅਸੀਂ ਪਿਆਰ ਕਰਾਂਗੇ। ਪਿਆਰ ਲੈਣ ਦੀ ਗੱਲ ਨਹੀਂ, ਪਿਆਰ ਦੇਣ ਦੀ ਗੱਲ ਹੈ। ਇਹ ਜਦੋਂ ਅਸੀਂ ਪੌੜੀ ਵਿਚਾਰ ਕੀਤਾ ਸੀ, ਦਿੰਦਾ ਦੇ, ਲੈਂਦੇ ਥੱਕ ਪਾਏ, ਉਦੋਂ ਵੀ ਅਸੀਂ ਇਹ ਗੱਲ ਕੀਤਾ ਸੀ। ਅਤੇ ਹੁਣ ਵੀ ਸਾਚੀ ਪ੍ਰੀਤ ਤੁਮ ਸਿਓ ਜੋੜ ਅਵਰ ਸੰਗ ਤੋੜ, ਮਤਲਬ ਮਨ ਵਿੱਚ ਉਸ ਨੂੰ ਯਾਦ ਕਰਨਾ ਹੈ। ਜ਼ਿੰਦਗੀ ਦੇ ਵਿੱਚ ਸਾਰਿਆਂ ਦੇ ਨਾਲ ਅੱਛਾ ਬਿਤਾਉਣਾ, ਸਾਰੇ ਦੇ ਨਾਲ ਅੱਛਾ ਗੱਲਾਂ ਕਰਨੀਆਂ। ਕੋਈ ਮੇਰਾ ਗੱਲ ਨੂੰ ਅਲੱਗ ਲੈ ਜਾਏ, ਉਹ ਉਹਨਾਂ ਦੀ ਪ੍ਰੋਬਲਮ, ਪਰ ਮੈਂ ਕਿਸੇ ਦੇ ਗੱਲ ਨੂੰ ਉਲਟਾ ਨਾ ਲਵਾਂ, ਉਸ ਨੂੰ ਪਕੜ ਕੇ ਮੈਂ ਇਸ ਤਰ੍ਹਾਂ ਕਰਾਂਗੀ, ਫਿਰ ਮੈਂ ਦੂਜਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਸਕਦੀ। ਜੇ ਮੈਂ ਸ਼ੁਰੂ ਹੀ ਨਹੀਂ ਕੀਤਾ ਪਰਮਾਰਥ ਰਾਹ ਦੇ ਉੱਤੇ ਚੱਲਣ ਦਾ, ਆਪਣੇ ਆਪ ਨੂੰ ਜੋਤੀ ਬਿੰਦੂ ਨਹੀਂ ਸਮਝਿਆ, ਉਸ ਪਰਮਾਤਮਾ ਨੂੰ ਜੋਤੀ ਬਿੰਦੂ ਨਹੀਂ ਸਮਝਿਆ, ਸ਼ਕਤੀ ਲੈਣਾ ਆਉਂਦਾ ਨਹੀਂ, ਅਤੇ ਮਨ ਨੂੰ ਕਿਵੇਂ ਜਿੱਤਾਂਗੇ? ਮਨ ਜਿੱਤੇ ਜਗ ਜੀਤ। ਮਨ ਨੂੰ ਜਿੱਤਣਾ ਤਾਂ ਜਗ ਨੂੰ ਜਿੱਤ ਪਾਵਾਂਗੇ, ਤਾਂ ਉਸ ਅਕਾਲ ਪੁਰਖ ਦੀ ਦਰਗਾਹ ਵਿੱਚ ਜਿੱਤ ਪਾਵਾਂਗੇ। ਫਿਰ ਘੜੀ ਮੈਨੂੰ ਵਹਿੰਦਿਆਂ ਵਕਤ ਖਤਮ ਹੋ ਚੁੱਕਾ ਹੈ, ਅਤੇ ਆਪ ਜੀ ਦੇ ਨਾਲ ਬਹੁਤ ਗਹਿਰੀ ਗੱਲਾਂ ਹੋ ਰਹੀਆਂ। ਮੈਂ ਵੀ ਸਿੱਖ ਰਹੀ ਹਾਂ, ਅਸੀਂ ਸਾਰੇ ਇਕੱਠੇ ਸਿੱਖ ਰਹੇ ਹਾਂ। ਮੈਂ ਬਾਂਸ ਹਾਂ, ਉਹ ਬੁਲਵਾ ਰਿਹਾ, ਮੈਂ ਬੋਲ ਰਹੀ ਹਾਂ, ਮੈਂ ਖੁਦ ਸੁਣ ਰਹੀ ਹਾਂ ਇਨ ਕੰਨਾਂ ਤੋਂ। ਅਤੇ ਥੈਂਕ ਯੂ ਬਹੁਤ ਬਹੁਤ। ਇਸ ਇੱਕ ਓਂਕਾਰ, ਇੱਕ ਪਰਮਾਤਮਾ ਦੇ ਅਗਲੀ ਐਪੀਸੋਡ ਵਿੱਚ ਫਿਰ ਮਿਲਾਂਗੇ। ਓਮ ਸ਼ਾਂਤੀ, ਸਤਿ ਸ਼੍ਰੀ ਅਕਾਲ।